ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਸਤ ਸੰਗਤ ਜੀਓ, ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਤਸ਼ਾਹ ਜੀ ਸੁਭਾਗ ਸਮਾਂ ਬਖਸ਼ਿਸ਼ ਕਰ ਰਹੇ ਹਨ। ਸੰਗਤ ਵਿੱਚ ਜੁੜ ਕਰਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਘਰ ਦੀਆਂ ਅਸੀਸਾਂ ਪ੍ਰਾਪਤ ਕਰਕੇ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚ ਆਪਣੇ ਜੀਵਨ ਨੂੰ ਹੰਢਾਉਣ ਲਈ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜੇ ਹਾਂ। ਅਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਡੇ 'ਤੇ ਕੀ ਰਹਿਮਤਾਂ ਕਰਦੇ ਹਨ, ਕੀ ਬਖਸ਼ਿਸ਼ਾਂ ਕਰਦੇ ਹਨ। ਹਰ ਰੋਜ਼ ਲੜੀ ਦੇ ਮੁਤਾਬਕ ਆਪਾਂ ਜੁੜਦੇ ਹਾਂ। ਲੜੀ ਦਰ ਲੜੀ ਜੁੜਦੇ ਹਾਂ ਅਸੀਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਇਤਿਹਾਸ ਦੇ ਤੱਕ। ਇੱਥੋਂ ਤੱਕ ਆਪਾਂ ਪਹੁੰਚ ਚੁੱਕੇ ਹਾਂ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਮੋਦੀ ਦੇ ਕਾਰ ਕਰਦਿਆਂ ਬੜੀ ਸ਼ੋਭਾ ਹੁੰਦੀ ਹੈ ਸੰਸਾਰ ਜਗਤ ਦੇ ਅੰਦਰ, ਤੇ ਪਿਤਾ ਜੀ ਮਿਲਣ ਆਉਂਦੇ ਹਨ। ਪਿਤਾ ਜੀ ਨੇ ਮਿਲ ਕਰਕੇ ਸਭ ਤੋਂ ਪਹਿਲਾਂ ਮੋਦੀਖਾਨੇ ਵਿੱਚ ਬੈਠ ਕਰਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸਮਝਾਉਣ ਦਾ ਯਤਨ ਕੀਤਾ ਕਿ ਭਾਈ ਕੁਝ ਪੈਸਾ ਕੁਝ ਧਨ ਬਚਾ, ਕੁਝ ਲੇਖਾ ਜੋਖਾ ਆਪਣੇ ਕੋਲੇ ਰੱਖਿਆ ਕਰ। ਤੇ ਪਿਤਾ ਜੀ ਇਹ ਜਿਹੜਾ ਲੇਖਾ ਜੋਖਾ ਹੈ, ਨਾ ਮੈਨੂੰ ਘਾਟਾ ਪੈਂਦਾ ਹੈ ਨਾ ਵਾਧਾ ਹੁੰਦਾ ਹੈ। ਜੋ ਨਿਰੰਕਾਰ ਦਾ ਹੁਕਮ ਹੈ ਮੋਦੀਖਾਨਾ ਉਸ ਤਰ੍ਹਾਂ ਚੱਲ ਰਿਹਾ ਹੈ। ਫਿਰ ਘਰ ਦੇ ਵਿੱਚ ਜਾਂਦੇ ਹਨ, ਬੇਬੇ ਨਾਨਕੀ ਜੀ ਨੂੰ ਭਾਈਆ ਜੈ ਰਾਮ ਜੀ ਨੂੰ ਮਿਲਦੇ ਹਨ। ਅਤੇ ਜਦੋਂ ਮਿਲਦੇ ਹਨ ਆਪਸ ਦੇ ਵਿੱਚ ਗੱਲਬਾਤ ਕਰਕੇ ਫਿਰ ਇਹ ਆਖਦੇ ਹਨ ਕਿ ਭਾਈ ਤੁਸੀਂ ਨਾਨਕ ਨੂੰ ਵਿਗਾੜ ਰੱਖਿਆ, ਬਹੁਤ ਪ੍ਰੇਮ ਕਰਦੇ ਹੋ। ਨਾ ਜੈ ਰਾਮ ਜੀ ਤੁਸੀਂ ਕੁਝ ਆਖਦੇ ਹੋ, ਨਾ ਨਾਨਕੀ ਤੋਂ ਕੁਝ ਕਹਿੰਦੀ ਹੈ। ਆਪਣੇ ਪੁੱਤਰਾਂ ਤੋਂ ਵੀ ਜ਼ਿਆਦਾ ਪਿਆਰ ਕਰਦੀ ਹੈ। ਇਸ ਤਰ੍ਹਾਂ ਤਾਂ ਇਹ ਬਹੁਤ ਵਿਗੜ ਜਾਵੇਗਾ। ਤੁਹਾਡੇ ਕੋਲ ਇਸ ਕਰਕੇ ਭੇਜਿਆ ਸੀ ਵੀ ਇਸ ਨੂੰ ਕੁਝ ਸਮਝਾਉਂਗੇ, ਕੁਝ ਪੈਸਾ ਧਨ ਕਮਾਵੇਗਾ, ਅਤੇ ਅੱਗੇ ਮੈਂ ਵਿਆਹ ਸ਼ਾਦੀ ਵੀ ਕਰਨੀ ਹੈ, ਘਰ ਦਾ ਕੰਮਕਾਰ ਵੀ ਚਲਾਉਣਾ ਹੈ। ਇਤਨੀਆਂ ਜਦੋਂ ਗੱਲਾਂ ਬਾਤਾਂ ਹੁੰਦੀਆਂ ਹਨ ਅਤੇ ਨਾ ਬੇਬੇ ਨਾਨਕੀ ਜੀ ਨੂੰ ਸਮਝਾਉਂਦਿਆਂ ਫਿਰ ਆਖਦੇ ਹਨ ਕਿ ਵੀ ਮੈਨੂੰ ਬਹੁਤ ਫਿਕਰ ਲੱਗਿਆ ਰਹਿੰਦਾ ਹੈ, ਵੀ ਤੁਸੀਂ ਇੰਝ ਕਰੋ ਵੀ ਤੁਸੀਂ ਅੱਗੇ ਤੋਂ ਕੁਝ ਸਮਝਾਓ, ਕੁਝ ਉਸ ਨੂੰ ਕਹੋ ਵੀ ਭਾਈ ਪੈਸਾ ਧਨ ਜਾਂ ਤਾਂ ਸਾਡੇ ਕੋਲੇ ਦੇ ਜਾਂ ਫਿਰ ਤੂੰ ਆਪਣੇ ਕੋਲੇ ਸੰਭਾਲ ਕੇ ਰੱਖ। ਜਦੋਂ ਇਤਨੇ ਬਚਨ ਆਖ ਕਰਕੇ ਨਾ ਚਿੰਤਾ ਵਿਅਕਤ ਕਰਦਿਆਂ ਹੋਇਆਂ ਪਿਤਾ ਕਲਿਆਣ ਦਾਸ ਜੀ ਜਦੋਂ ਰਵਾਨਾ ਹੁੰਦੇ ਹਨ ਅਤੇ ਬੇਬੇ ਨਾਨਕੀ ਜੀ ਕੁਝ ਸ਼ਬਦ ਆਖਦੇ ਹਨ। ਉਹ ਭਾਈ ਸਾਹਿਬ ਜੀ ਨੇ ਸਾਨੂੰ ਕੀ ਦੱਸਿਆ ਹੈ ਉਸ ਨੂੰ ਜਾਣਨ ਦਾ ਆਪਾਂ ਅੱਜ ਯਤਨ ਕਰਾਂਗੇ। ਆਪਾਂ ਸਾਰੀ ਸੰਗਤ ਬੜੇ ਪਿਆਰ ਦੇ ਨਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ। ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਾਨਕੀ ਪੰਨਤ ਸੁਨ ਬੈਨ ਮੈਂ ਜਨਕ ਤੁਮ ਪਾਖਤ ਸਦੀਵ ਤਨ ਖੋਤ ਨਿਤ ਮੋਰੀਆ। ਕਬੀਰਾਜ ਜੀ ਕਹਿਣ ਲੱਗੇ ਨਾ, ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਿਤਾ ਜੀ ਮਹਿਤਾ ਕਲਿਆਣ ਦਾਸ ਜੀ ਘਰੋਂ ਤੁਰਨ ਲੱਗੇ, ਵਿਦਾਇਗੀ ਲੈਣ ਲੱਗੇ ਨਾ, ਫਿਰ ਇਹ ਲਾਜ਼ਮੀ ਹੈ ਕਿ ਇੱਕ ਪਿਤਾ ਜਾਂ ਮਾਂ ਹੋਵੇ ਆਪਣੀ ਧੀ ਦੇ ਨਾਲ ਵਾਰ-ਵਾਰ ਗੱਲ ਕਰਦੇ ਹਨ। ਕਦੇ ਕੋਈ ਗੱਲ ਸ਼ੁਰੂ ਕਰ ਲਈ, ਕਦੇ ਕੋਈ ਗੱਲ ਸ਼ੁਰੂ ਕਰ ਲਈ। ਕਹਿਣ ਤੋਂ ਭਾਵ ਇਹ ਹੈ ਕਿ ਆਪਸ ਦੇ ਵਿੱਚ ਵਿਛੋੜਾ ਨਹੀਂ ਪਾਉਣਾ ਚਾਹੁੰਦੇ। ਫਿਰ ਇਸ ਤਰ੍ਹਾਂ ਨਾਲ ਬੈਠਿਆਂ ਗੱਲਬਾਤ ਕੀਤੀ। ਬੇਬੇ ਨਾਨਕੀ ਜੀ ਕਹਿਣ ਲੱਗੇ ਨਾ ਵੀ ਪਿਤਾ ਜੀ ਤੁਸੀਂ ਬਹੁਤ ਚਿੰਤਾ ਕਰਦੇ ਹੋ, ਚਿੰਤਾ ਕਰਨ ਦਾ ਬਹੁਤ ਵੱਡਾ ਕੋਈ ਇਹ ਵਿਸ਼ਾ ਨਹੀਂ ਹੈ। ਤੁਸੀਂ ਮੇਰੀ ਇੱਕ ਗੱਲ ਨਾ ਧਿਆਨ ਦੇ ਨਾਲ ਸੁਣੋ। ਕੱਲ੍ਹ ਵੀ ਬੇਨਤੀ ਕੀਤੀ ਸੀ ਵੀ ਇਹ ਜਿਹੜੇ ਸ਼ਬਦ ਹਨ ਨਾ, ਕਵੀ ਰਾਜ ਜੀ ਦੀ ਭਾਵਨਾ ਇਹ ਹੈ ਕਿ ਇੱਕ ਧੀ ਦਾ ਅਤੇ ਪਿਤਾ ਦਾ ਆਪਸੀ ਪ੍ਰੇਮ ਹੈ, ਅਤੇ ਆਪਸੀ ਪ੍ਰੇਮ ਦੇ ਕਾਰਨ ਉਹ ਪਿਤਾ ਜੀ ਨੂੰ ਕੁਝ ਸ਼ਬਦ ਕਹਿ ਰਹੇ ਹਨ। ਬੇਬੇ ਨਾਨਕੀ ਜੀ ਉਹ ਕਹਿਣ ਲੱਗੇ ਵੀ ਤੁਸੀਂ ਮੇਰੀ ਇੱਕ ਗੱਲ ਸੁਣੋ, ਵੀ ਤੁਸੀਂ ਸਦਾ ਹੀ ਨਾ ਵੀਰ ਨਾਨਕ ਦੇ ਵਿੱਚ ਤੁਸੀਂ ਸਦਾ ਖੋਟ ਕੱਢਦੇ ਰਹਿੰਦੇ ਹੋ, ਚੰਗਾ ਮਾੜਾ ਆਖਦੇ ਰਹਿੰਦੇ ਹੋ।
ਤੇ ਉਸ ਨੇ ਕਦੇ ਵੀ ਤੁਹਾਡਾ ਕੋਈ ਉਜਾੜਿਆ ਨਹੀਂ ਹੈ। ਆਪਣੀ ਕਰਤ ਕ੍ਰਿਤ ਖੋਏ ਕਿਦੋਂ ਰਾਖੋ ਬਿਤ, ਰਹੀਐ ਨਿਚਿੰਤ ਚਿਤ ਲੇਤ ਨਹਿ ਤੋਰੀਆ। ਤੇ ਭੈਣ ਜੀ ਕਹਿਣ ਲੱਗੇ ਨਾ ਉਹ ਆਪਣੀ ਕਿਰਤ ਕਰਦਾ ਹੈ, ਆਪਣਾ ਕੰਮ ਕਰਦਾ ਹੈ। ਹੁਣ ਆਪਣਾ ਕੰਮ ਕਰਦਿਆਂ ਖੋਏ ਕਿਦੋਂ ਰਾਖੈ ਬਿਤ, ਕਹਿਣ ਲੱਗੇ ਕਦੇ ਵੀ ਤੇਰਾ ਕੋਈ ਨੁਕਸਾਨ ਨਹੀਂ ਕੀਤਾ, ਨਾ ਕਦੇ ਉਹਨੇ ਸਾਡਾ ਗਵਾਇਆ, ਨਾ ਆਪਣਾ ਗਵਾਇਆ ਹੈ, ਨਾ ਕਦੇ ਜੈ ਰਾਮ ਦਾ ਗਵਾਇਆ ਹੈ, ਤੇ ਨਾ ਹੀ ਤਾਂ ਕਦੇ ਤੁਹਾਡੇ ਖਜ਼ਾਨੇ 'ਚੋਂ ਤੁਹਾਡੇ ਘਰ ਤੋਂ ਕੋਈ ਪੈਸਾ ਮੰਗਾਇਆ ਹੈ। ਕਿਸੇ ਵੀ ਚੀਜ਼ ਦਾ ਉਹ ਕਦੇ ਨੁਕਸਾਨ ਨਹੀਂ ਕਰਦਾ। ਰਹੀਏ ਨਿਚਿੰਤ ਚਿੱਤ, ਕਹਿਣ ਲੱਗੇ ਤੁਸੀਂ ਬੇਫਿਕਰ ਹੋ ਕਰਕੇ ਨਾ ਆਪਣਾ ਤੁਸੀਂ ਜਿਹੜਾ ਪਟਵਾਰੀਆਂ ਦਾ ਕੰਮ ਕਰਦੇ ਹੋ ਉਹ ਕਰਦੇ ਰਹੋ, ਤੇ ਆਪਣੇ ਮਨ ਦੇ ਵਿੱਚ ਨਾ ਪਰਮਾਤਮਾ ਦਾ ਨਾਮ ਜਪਦੇ ਰਹੋ। ਭੂਖੇ ਕੋ ਅਸਨ ਪੁਨ ਬਸਨ ਨਗਨ ਦਾਨੀ, ਪੁਨਵਾਨ ਰੂਪ ਕਰ ਜਾਰੇ ਨਹੀਂ ਚੋਰੀਆ। ਕਹਿਣ ਲੱਗੇ ਉਸ ਦਾ ਕੰਮ ਪਤਾ ਕੀ ਹੈ? ਉਸ ਦਾ ਕੰਮ ਇਹ ਹੈ ਕਿ ਉਹ ਭੁੱਖੇ ਨੂੰ ਪ੍ਰਸ਼ਾਦਾ ਛਕਾਉਂਦਾ ਹੈ। ਜਿਹੜਾ ਵਸਤਰਾਂ ਤੋਂ ਨੰਗਨ ਹੈ ਇਨਸਾਨ, ਜਿਹਦੇ ਕੋਲੇ ਕੋਈ ਕੱਪੜਾ ਲੀੜਾ ਨਹੀਂ ਹੈ, ਜਿਹੜਾ ਕੋਈ ਲੋੜਵੰਦ ਹੈ, ਉਸ ਨੂੰ ਉਹ ਵਸਤਰ ਦੇ ਦਿੰਦਾ ਹੈ। ਤੇ ਪੁੰਨਵਾਨ ਰੂਪ, ਉਸ ਦਾ ਰੂਪ ਬਹੁਤ ਪੁੰਨੀ ਹੈ, ਬਹੁਤ ਪਰ ਉਪਕਾਰੀ ਹੈ। ਤੇ ਕਰੈ ਜਾਰੀ ਨਹਿ ਚੋਰੀ ਹੈ, ਤੇ ਉਸ ਨੇ ਕਦੇ ਵੀ ਕੋਈ ਮਾੜਾ ਕਰਮ ਨਹੀਂ ਕੀਤਾ, ਨਾ ਕਦੇ ਕਿਸੇ ਨਾਲ ਕੋਈ ਠੱਗੀ ਕੀਤੀ ਹੈ, ਤੇ ਨਾ ਕਦੇ ਮੋਦੀਖਾਨੇ ਦੇ ਵਿੱਚੋਂ ਚੋਰੀ ਕੀਤੀ ਹੈ। ਕਰ ਜੈ ਕੁਕਰਮ ਨਿਵਾਰਨ ਧਰਮ ਤਾਕੋ, ਲਗੇ ਜੇ ਸੁਕਰਮ ਅਧਰਮ ਤਾਹੇ ਹੋਰੀਆ। ਤੇ ਭੈਣ ਜੀ ਕਹਿਣ ਲੱਗੇ ਨਾ ਵੀ ਜੇਕਰ ਕੋਈ ਮਾੜਾ ਕਰਮ ਕਰਦਾ ਹੋਵੇ, ਜੇਕਰ ਕੋਈ ਚੋਰੀ ਕਰਦਾ ਹੋਵੇ ਜਾਂ ਕੋਈ ਮਾੜਾ ਕਰਮ ਕਰਦਾ ਹੋਵੇ ਨਾ, ਵੀ ਫਿਰ ਉਸ ਨੂੰ ਉਸ ਕੰਮ ਤੋਂ ਜੇ ਰੋਕੀਏ ਉਹ ਤਾਂ ਹੈ ਧਰਮ। ਜੇਕਰ ਭਾਈ ਹੁਣ ਉਹ ਚੰਗਾ ਕੰਮ ਕਰਦਾ ਹੈ, ਕਿਸੇ ਭੁੱਖੇ ਨੂੰ ਪ੍ਰਸ਼ਾਦਾ ਛਕਾ ਦਿੰਦਾ ਹੈ, ਸਾਧੂਆਂ ਦੀ ਸੰਗਤ ਕਰਦਾ ਹੈ, ਤੇ ਜੇ ਕੋਈ ਲੋੜਵੰਦ ਹੋਵੇ ਉਸ ਨੂੰ ਕੱਪੜਾ ਲੀੜਾ ਵੀ ਦੇ ਦਿੰਦਾ ਹੈ ਜੀ, ਜੇਕਰ ਉਹ ਇਹ ਚੰਗੇ ਕੰਮ ਕਰਦਾ ਹੈ ਨਾ, ਚੰਗੇ ਕੰਮ ਕਰਨ ਵਾਲੇ ਇਨਸਾਨ ਨੂੰ ਵੀ ਜੇ ਰੁਕੀਏ ਨਾ, ਫਿਰ ਉਹ ਕੋਈ ਧਰਮ ਨਹੀਂ ਹੈ। ਦੋੜਕ ਛੰਦ ਜਨ ਹੋ ਧਾਤ, ਇਹ ਗਤ ਭ੍ਰਤ ਹੈ। ਕਹਿਣ ਲੱਗੇ ਵੇਖੋ ਪਿਤਾ ਜੀ, ਇਹ ਗੱਲ ਨੂੰ ਸਮਝੋ ਕਿ ਉਹ ਫਕੀਰਾਂ ਨੂੰ ਦਾਨ ਦਿੰਦਾ ਹੈ। ਦੇਤ ਫਕੀਰ ਖਵਾਏ ਜਹਾਂ ਤਹਿ। ਤੇ ਕਹਿਣ ਲੱਗੇ ਜਿੱਥੇ ਵੀ ਉਹਨੂੰ ਕੋਈ ਫਕੀਰ ਟੱਕਰੇ, ਕਹਿਣ ਤੋਂ ਭਾਵ ਇਹ ਕਿ ਰੱਬ ਦਾ ਪਿਆਰਾ, ਨਾਮ ਜਪਣ ਵਾਲਾ, ਸਿਮਰਨ ਕਰਨ ਵਾਲਾ, ਬੰਦਗੀ ਕਰਨ ਵਾਲਾ ਕੋਈ ਮਿਲੇ ਨਾ, ਉਹਨੂੰ ਉਹ ਦਾਨ ਦੇ ਵਿੱਚ ਕੁਝ ਦਿੰਦਾ ਵੀ ਹੈ ਤੇ ਉਸ ਨੂੰ ਪ੍ਰਸ਼ਾਦਾ ਵੀ ਛਕਾਉਂਦਾ ਹੈ। ਲੋਭ ਨਹੀਂ ਤਿਹ ਕੇ ਉਰੇ ਅੰਤਰ। ਕਹਿਣ ਲੱਗੇ ਵੀ ਉਸ ਦੇ ਚਿੱਤ ਦੇ ਵਿੱਚ ਨਾ, ਉਸ ਦੇ ਮਨ ਦੇ ਵਿੱਚ ਨਾ, ਤੁਸੀਂ ਇਸ ਗੱਲ ਦਾ ਫਕਰ ਕਰਿਆ ਕਰੋ, ਮਾਨ ਕਰਿਆ ਕਰੋ ਵੀ ਮੇਰੇ ਪੁੱਤਰ ਦੇ ਨਾ ਹਿਰਦੇ ਦੇ ਵਿੱਚ ਕਿਸੇ ਪ੍ਰਕਾਰ ਦਾ ਲਾਲਚ, ਲੋਭ ਨਹੀਂ ਹੈ। ਉਹ ਤੇ ਪਰ ਉਪਕਾਰ ਕਰਨ ਆਇਆ, ਸੰਸਾਰ ਜਗਤ ਦੇ ਅੰਦਰ, ਦੁਨੀਆ ਦੇ ਉੱਤੇ ਪਰ ਉਪਕਾਰ ਕਰ ਰਿਹਾ ਹੈ। ਦਾਨ ਬਿਖੈ ਮਤ ਜਾਨ ਨਿਰੰਤਰ। ਤੇ ਕਹਿਣ ਲੱਗੇ ਉਹ ਆਪਣੇ ਕਰਮ ਦੇ ਅਨੁਸਾਰ ਉਹ ਦਿਨ ਰਾਤ ਗਰੀਬਾਂ ਨੂੰ ਦਾਨ ਕਰਦਾ ਹੈ, ਦਿਨ ਰਾਤ ਉਹ ਭਲੇ ਕੰਮ ਕਰਦਾ ਹੈ। ਦੌਲਤ ਖਾਨ ਰਿਪਤੇ ਡਰ ਆਵਹੇ। ਪਰ ਕਹਿਣ ਲੱਗੇ ਮੈਨੂੰ ਨਾ ਇੱਕ ਗੱਲ ਦਾ ਥੋੜਾ ਡਰ ਵੀ ਲੱਗਦਾ ਹੈ ਵੀ ਉਹ ਮੋਦੀਖਾਨੇ ਦੇ ਵਿੱਚ ਇਤਨਾ ਖੁੱਲ੍ਹਾ ਹੱਥ ਹੋਵੇ। ਆਪਾਂ ਵੀ ਕਹਿ ਦਿੰਦੇ ਹਾਂ ਭਾਈ ਵੀ ਜੇਕਰ ਤੂੰ ਭਾਈ ਮੋਦੀਖਾਨੇ ਦੀ ਕਾਰ ਕਰਦਾ ਹੈ ਨਾ, ਮੋਦੀਖਾਨੇ ਦਾ ਮਤਲਬ ਅੱਜ ਵੀ ਗੁਰੂ ਘਰਾਂ ਦੇ ਅੰਦਰ ਮੋਦੀਖਾਨੇ ਹਨ। ਉਸ ਮੋਦੀਖਾਨੇ ਸ਼ਬਦ ਦਾ ਨਾਮ ਚੇਂਜ ਹੋ ਕਰਕੇ ਸਟੋਰ ਹੋ ਗਿਆ, ਤੇ ਜਿੱਥੇ ਗੁਰੂ ਘਰ ਦੇ ਲੰਗਰਾਂ ਦੀਆਂ ਰਸਤਾਂ ਵਸਤਾਂ ਰੱਖੀਆਂ ਜਾਂਦੀਆਂ ਹਨ ਉਸ ਨੂੰ ਮੋਦੀਖਾਨਾ ਆਖਿਆ ਜਾਂਦਾ ਹੈ। ਮੋਦੀਖਾਨੇ ਦੀ ਮਰਿਆਦਾ ਇਹ ਹੈ ਕਿ ਭਾਈ ਜਿਹੜਾ ਵੀ ਕੋਈ ਲੋੜਵੰਦ ਇਨਸਾਨ, ਜੇਕਰ ਕੋਈ ਜਥਾ ਸ਼ਕਤ ਦਸਵੰਧ ਲੈ ਕਰਕੇ ਆਇਆ, ਕੁਝ ਰੱਖਣ ਲੱਗਿਆ ਤੇ ਖਿੜੇ ਮੱਥੇ ਚੱਕ ਕੇ ਰੱਖ ਦਿਓ, ਤੇ ਜੇਕਰ ਕੋਈ ਲੈਣ ਵੀ ਆਇਆ ਵੀ ਆਹ ਚੀਜ਼ ਚਾਹੀਦੀ ਹੈ, ਤੇ ਖਿੜੇ ਮੱਥੇ ਜੇਕਰ ਸਿਆਣੇ ਮਹਾਂਪੁਰਖ ਆਖਦੇ ਹਨ ਕਿ ਭਾਈ ਜੇਕਰ ਤੁਸੀਂ ਮੋਦੀਖਾਨੇ ਦੇ ਵਿੱਚੋਂ ਨਾ ਬਿਨਾਂ ਚਿੰਤਾ ਕੀਤੇ ਵੀ ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਦਰ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਮੋਦੀਖਾਨਾ ਹੈ, ਜੇ ਇਸ ਭਾਵਨਾ ਦੇ ਨਾਲ ਤੁਸੀਂ ਉਸ ਮੋਦੀਖਾਨੇ ਦੇ ਵਿੱਚੋਂ ਲੰਗਰਾਂ ਵਾਸਤੇ ਰਸਤਾਂ ਵਸਤਾਂ ਦੇ ਦੋਗੇ ਨਾ, ਕਦੇ ਕਿਸੇ ਪ੍ਰਕਾਰ ਦਾ ਘਾਟਾ ਨਹੀਂ ਪੈਂਦਾ। ਪਰ ਦੁਨਿਆਵੀ ਚਿੱਤ ਹੈ, ਦੁਨਿਆਵੀ ਮਨ ਹੈ, ਕਈ ਵਾਰੀ ਮਨ ਦੇ ਵਿੱਚ ਖਿਆਲ ਆ ਜਾਂਦਾ ਹੈ
ਵੀ ਸਾਡੇ ਵੀ ਮਨ ਦੇ ਵਿੱਚ ਇਹ ਖਿਆਲ ਆ ਜਾਂਦਾ। ਬੇਬੇ ਨਾਨਕੀ ਜੀ ਕਹਿਣ ਲੱਗੇ ਵੀ ਮੋਦੀ ਖਾਨੇ ਦੇ ਵਿੱਚੋਂ ਨਾ ਕਿਤੇ ਘਾਟਾ ਨਾ ਪੈ ਜੇ। ਇਹ ਡਰ ਲੱਗਦਾ ਹੈ ਕਿ ਬਾਦਸ਼ਾਹ ਜਿਹੜਾ ਦੌਲਤ ਖਾਂ ਹੈ ਨਾ, ਵੀ ਉਹ ਜੇ ਹਿਸਾਬ ਕਿਤਾਬ ਕਰਨ ਲੱਗਿਆ ਤੇ ਕਿਤੇ ਧਨ ਦਾ ਘਾਟਾ ਨਾ ਪੈ ਜਾਵੇ। ਜਾਚਕ ਭੀਰ ਵੱਡੀ ਨਿਤ ਹੋਵਹੇ। ਕਹਿਣ ਲੱਗੇ ਵੀ ਉਹ ਨਾ ਮੰਗਤਿਆਂ ਨੂੰ ਸਦਾ ਹੀ ਦਾਨ ਦਿੰਦਾ ਹੈ। ਮੰਗਤਿਆਂ ਦੀ ਭੀੜ ਲੱਗੀ ਰਹਿੰਦੀ ਹੈ, ਸਦਾ ਹੀ ਮੰਗਤੇ ਆਉਂਦੇ ਰਹਿੰਦੇ ਹਨ। ਹੁਣ ਭਾਈ ਜਿੱਥੋਂ ਕਿਸੇ ਨੂੰ ਕੋਈ ਖਾਣ ਨੂੰ ਮਿਲਦਾ ਹੈ, ਪ੍ਰਸ਼ਾਦਾ ਪਾਣੀ ਮਿਲਦਾ, ਉੱਥੇ ਬੰਦਾ ਜਾਂਦਾ ਹੈ। ਫਿਰ ਅੱਜ ਉਸ ਟਾਈਮ ਦੇ ਵਿੱਚ ਬਹੁਤ ਗੁਰਬਤ ਸੀ, ਕਹਿਣ ਤੋਂ ਭਾਵ ਕਿ ਲੋਕਾਂ ਕੋਲੇ ਅਨਾਜ ਪਾਣੀ ਘੱਟ ਸੀ। ਫਿਰ ਜਿਨ੍ਹਾਂ ਨੂੰ ਕਿਤੇ ਪ੍ਰਸ਼ਾਦਾ ਪਾਣੀ ਮਿਲਦਾ ਹੈ, ਉਹ ਭਾਈ ਲੈਣ ਲੱਗ ਕਰਕੇ ਖੜੇ ਹੋ ਜਾਂਦੇ ਹਨ। ਭਾਖ ਹੈ ਲੋਕ ਸਭੈ ਇਹ ਖੋਵਹੇ। ਤੇ ਕਹਿਣਗੇ ਸਾਰੇ ਲੋਕ ਵੀ ਕਹਿੰਦੇ ਹਨ ਵੀ ਇਹ ਜਿਹੜਾ ਨਾਨਕ ਹੈ ਨਾ, ਹਰ ਰੋਜ਼ ਆਪਣੇ ਕੋਲੋਂ ਧਨ ਗਵਾ ਰਿਹਾ ਹੈ। ਸ਼ਸ਼ੀ ਬਦਨਾ ਛੰਦ ਜਬ ਕਰ ਲੇਖਾ ਵਦਤ ਵਿਸ਼ੇਖਾ। ਕਹਿਣ ਲੱਗੇ ਜਦ ਲੇਖਾ ਕੀਤਾ ਤਾਂ ਨਾ ਬਹੁਤ ਧਨ ਪਹਿਲਾਂ ਵੀ ਵੱਧ ਗਿਆ ਸੀ। ਵੀ ਪਹਿਲਾਂ ਵੀ ਜਦੋਂ ਕਿਤੇ ਹਿਸਾਬ ਕਿਤਾਬ ਹੁੰਦਾ ਮਹੀਨੇ ਦੀ ਮਹੀਨੇ ਤੇ ਹਰ ਮਹੀਨੇ ਹੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮਾਇਆ ਧਨ ਹੈ ਜਿਹੜਾ ਨਾ, ਉਹ ਉਹਨਾਂ ਵੱਲ ਦੌਲਤ ਖਾਂ ਵੱਲ ਵੱਧ ਜਾਂਦਾ ਹੈ। ਤੇ ਜਦੋਂ ਮੋਦੀਖਾਨੇ ਵਿੱਚ ਜਦੋਂ ਗਿਣਤੀ ਕਰਦੇ ਹਨ ਤੇ ਉੱਥੇ ਵੀ ਪੂਰਾ ਹੁੰਦਾ ਹੈ ਲੇਖਾ ਜੋਖਾ। ਇਹ ਤੇ ਨਿਰੰਕਾਰ ਦੀ ਕੋਈ ਲੀਲਾ ਹੈ। ਨਹਿ ਘਟ ਜਾਈ ਪਲ ਪਤ ਆਈ। ਕਹਿਣ ਲੱਗੇ ਕਦੇ ਘਟਿਆ ਨਹੀਂ। ਇਸ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਵੀ ਇੱਜ਼ਤ ਬਣੀ ਰਹਿੰਦੀ ਹੈ ਤੇ ਭਾਈਆ ਜੈ ਰਾਮ ਜੀ ਦੀ ਵੀ ਤੇ ਸਾਡੀ ਵੀ ਇੱਜ਼ਤ ਬਣੀ ਰਹਿੰਦੀ ਹੈ। ਇਹ ਕਰਤਾਰਾ ਧਰ ਅਵਤਾਰਾ। ਕਹਿਣ ਲੱਗੇ ਪਿਤਾ ਜੀ ਇਸ ਨੂੰ ਤੁਸੀਂ ਕੋਈ ਆਮ ਇਨਸਾਨ ਨਾ ਸਮਝਿਓ। ਇਹ ਆਪ ਖੁਦਾ ਹੈ, ਪਰਮਾਤਮਾ ਹੈ, ਕਰਤਾਰ ਹੈ। ਇਹ ਕਰਤਾਰ ਸੰਸਾਰ ਜਗਤ ਦੇ ਅੰਦਰ ਅਵਤਾਰ ਧਰ ਕੇ ਆਇਆ ਹੈ। ਭਵ ਭਵ ਮਾਹੀ ਨਰ ਤਨ ਨਾਹੀ। ਤੇ ਇਹ ਕੋਈ ਆਮ ਮਨੁੱਖ ਨਹੀਂ ਹੈ ਕਿ ਆਮ ਸਰੀਰ ਹੈ, ਕਿਸ ਸੰਸਾਰ ਦੇ ਵਿੱਚ ਘਾਟਾ ਵਾਧਾ ਦੇਖੇਗਾ। ਇਵ ਸੁਨ ਕਾਲੂ ਕਹਿ ਸੁਖ ਪਾਲੂ। ਇਹ ਗੱਲ ਸੁਣ ਕਰਕੇ ਨਾ ਪਿਤਾ ਕਾਲੂ ਜੀ ਕੁਝ ਕਹਿਣ ਲੱਗੇ। ਅਬ ਕਰ ਲੇਖਾ ਵਦਤ ਦੇਖਾ। ਪਰ ਫੇਰ ਕਹਿ ਦਿੱਤਾ ਵੀ ਜੇਕਰ ਤੁਹਾਨੂੰ ਇਹ ਲੱਗਦਾ ਨਾ ਵੀ ਇਹ ਨਿਰੰਕਾਰ ਹੈ, ਕਰਤਾਰ ਹੈ, ਹੁਣ ਆਪਣੇ ਪੁੱਤਰ ਨੂੰ ਥੋੜ੍ਹੀ ਕਹੇਗਾ ਕਿ ਭਾਈ ਇਹ ਰੱਬ ਹੈ। ਤੇ ਮਹਿਤਾ ਕਲਿਆਣ ਦਾਸ ਜੀ ਕਹਿਣ ਲੱਗੇ ਨਾ ਵੀ ਹੁਣ ਜਾ ਕਰਕੇ ਦੇਖੋ, ਜਿਵੇਂ ਦਾ ਹਾਲ ਮੈਂ ਹੁਣ ਦੇਖ ਕਰਕੇ ਆਇਆ ਨਾ, ਉੱਥੇ ਤੇ ਸਾਧੂਆਂ ਦੀ ਮੰਡਲੀ ਲੱਗੀ ਰਹਿੰਦੀ ਹੈ। ਜਿਹੜਾ ਵੀ ਕੋਈ ਆਉਂਦਾ ਹੈ ਨਾ ਕੋਈ ਨਾਪ ਤੋਲ ਕਰਦੇ ਹਨ, ਜਿੰਨਾ ਕਿਸੇ ਨੂੰ ਸਿੱਧਾ ਚਾਹੀਦਾ ਹੈ, ਕਣਕ ਚੌਲ ਦਾਲ ਆਟਾ ਜੋ ਕੁਝ ਵੀ ਚਾਹੀਦਾ ਹੈ ਉਹ ਦੇ ਹੀ ਜਾਂਦਾ ਹੈ। ਤੁਸੀਂ ਹੁਣ ਜਾਓ, ਜਾ ਕਰਕੇ ਹਿਸਾਬ ਕਿਤਾਬ ਕਰੋ। ਹੁਣ ਕਹਿਣ ਲੱਗੇ ਹਿਸਾਬ ਕਿਤਾਬ ਜਦੋਂ ਕੀਤਾ ਫਿਰ ਤੁਸੀਂ ਦੇਖਿਓ, ਵਧਾ ਕੇ ਦਿਖਾਇਓ ਨਾ ਵੀ ਲੇਖਾ ਜੋਖਾ ਤੁਸੀਂ ਜਦੋਂ ਕੀਤਾ। ਹੁਣ ਮੈਨੂੰ ਲੱਗਦਾ ਹੈ ਵੀ ਜਿਸ ਹਿਸਾਬ ਦੇ ਨਾਲ ਨਾਨਕ ਨਾ ਦੁਨੀਆ ਨੂੰ ਲੁਟਾ ਰਿਹਾ ਹੈ, ਮੈਨੂੰ ਵੀ ਲੱਗਣ ਲੱਗ ਪਿਆ ਹੈ ਕਿ ਮੋਦੀਖਾਨੇ ਵਿੱਚ ਘਾਟਾ ਪਵੇਗਾ। ਮਮ ਕਹਿ ਮਾਨੋ ਮਨ ਪਹਿਚਾਨੋ। ਮੇਰੀ ਗੱਲ ਇੱਕ ਮੰਨੋ। ਭੈਣ ਨਾਨਕੀ ਨੂੰ ਕਹਿਣ ਲੱਗੇ ਨਾ ਬੇਬੇ ਨਾਨਕੀ ਜੀ ਨੂੰ, ਮੇਰੀ ਤੁਸੀਂ ਇੱਕ ਗੱਲ ਬਹੁਤ ਧਿਆਨ ਦੇ ਨਾਲ ਸੁਣੋ ਜੀ। ਕਰਹੁ ਉਪਾਈ ਦਰਬ ਖਿਸਾਈ। ਕੋਈ ਨਾ ਕੋਈ ਇਸ ਤਰ੍ਹਾਂ ਦਾ ਉਪਾਅ ਕਰੋ ਵੀ ਜਿਹੜਾ ਪੈਸਾ ਧਨ ਹੈ ਨਾ ਆਪਣੇ ਕੋਲੇ ਜਮ੍ਹਾਂ ਕਰ ਲਓ, ਜਾਂ ਨਾਨਕ ਨੂੰ ਕਹੋ ਵੀ ਸੰਭਾਲ ਕੇ ਰੱਖੇ। ਕਾਖ ਲਖ ਜਾਂ ਕੇ ਇੱਕ ਸਮ ਤਾਂ ਕੇ। ਕਹਿਣ ਲੱਗੇ ਉਸ ਨੇ ਨਾ ਆਪਣੇ ਜੀਵਨ ਦੇ ਵਿੱਚ ਤੇ ਲੱਖ ਨੂੰ ਤੇ ਕੱਖ ਨੂੰ ਇੱਕ ਸਮਾਨ ਸਮਝਿਆ ਹੋਇਆ ਹੈ। ਉਸ ਦੇ ਸਾਹਮਣੇ ਚਾਹੇ ਲੱਖ ਹੋਵੇ ਚਾਹੇ ਕੱਖ ਹੋਵੇ, ਉਹਨੂੰ ਤੇ ਇੱਕੋ ਜਿਹਾ ਲੱਗਦਾ ਹੈ। ਆਸ ਬਿਦ ਕੀਜੈ ਧਨ ਜਿਵ ਲੀਜੈ। ਕਹਿਣ ਲੱਗੇ ਨਾ ਐਸੀ ਕੋਈ ਵਿਧੀ ਕਰੋ, ਵੀ ਐਸਾ ਕੋਈ ਉਪਾਅ ਕਰੋ ਵੀ ਧਨ ਵੀ ਇਕੱਠਾ ਹੋ ਜੇ ਤੇ ਧਨ ਜਿਹੜਾ ਹੈ ਉਹ ਆਪਾਂ ਨੂੰ ਵੀ ਪ੍ਰਾਪਤ ਹੋਵੇ। ਦੋਹਰਾ ਬਾਲੇ ਕੋ ਬੁਲਵਾਏ ਕੈ ਦੇਹੋ ਤਿਸੈ ਸਮਝਾਏ। ਕਹਿਣ ਲੱਗੇ ਭਾਈ ਬਾਲਾ ਜੀ ਨੂੰ ਨਾ ਬੁਲਾਇਆ ਗਿਆ ਹੱਟ ਤੋਂ, ਤੇ ਬੁਲਾ ਕਰਕੇ ਨਾ ਉਹਨੂੰ ਕੁਝ ਸਮਝਾਉਣ ਲੱਗੇ। ਹਮ ਤੁਮ ਮਿਲ ਤਹ ਸੋ ਕਹੈ ਲਹਿ ਬਾਤ ਮਨਾਏ। ਕਹਿਣ ਲੱਗੇ ਅਸੀਂ ਤੁਸੀਂ ਮਿਲ ਕੇ ਨਾ ਆਪਾਂ ਕੀ ਕਰੀਏ ਨਾ, ਨਾਨਕ ਨੂੰ ਸਮਝਾਈਏ ਕੋਈ ਗੱਲ ਵੀ ਭਾਈ ਇਸ ਤਰ੍ਹਾਂ ਨਹੀਂ, ਜਿਸ ਤਰ੍ਹਾਂ ਦੀ ਰੀਤ ਹੈ ਨਾ ਸੰਸਾਰ ਦੀ ਜਗ ਦੀ, ਆਪਾਂ ਉਵੇਂ ਚੱਲੀਏ ਤੇ ਕੁਝ ਨਾ ਆਪਾਂ ਪੈਸਾ ਧਨ ਸੰਭਾਲੀਏ। ਕਿਉਂਕਿ ਭਾਈ ਬਾਲਾ ਜੀ ਨੂੰ ਤਾਂ ਬੁਲਾਇਆ ਗਿਆ ਹੈ
ਭਾਈ ਬਾਲਾ ਜੀ ਦੀ ਅਤੇ ਬਾਬਾ ਮਰਦਾਨਾ ਜੀ ਦੀ ਕੋਈ ਗੱਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਮੋੜਦੇ ਨਹੀਂ ਸੀ, ਤੇ ਕਹਿਣ ਲੱਗੇ ਵੀ ਤੁਹਾਡੀ ਗੱਲ ਉਹ ਮੰਨ ਲੈਣਗੇ। ਹਾਕਲ ਛੰਦ ਜੈ ਰਾਮ ਬੋਲ ਤਤਕਾਲਾ। ਤੇ ਜੈ ਰਾਮ ਜੀ ਨੇ ਨਾ ਉਸੇ ਵੇਲੇ ਹੀ ਪਿਤਾ ਜੀ ਨੂੰ ਜਵਾਬ ਦਿੱਤਾ। ਕਹਿਣ ਲੱਗੇ ਵੀ ਚਲੋ ਠੀਕ ਹੈ, ਆਪਾਂ ਬੁਲਾ ਲੈਨੇ ਹਾਂ। ਪਾਠ ਦਾਸ ਬੁਲਾਇਓ ਬਾਲਾ। ਇੱਕ ਦਾਸ ਨੂੰ ਭੇਜ ਕਰਕੇ ਨਾ ਇੱਕ ਨੌਕਰ ਨੂੰ ਭੇਜ ਕਰਕੇ ਭਾਈ ਬਾਲਾ ਜੀ ਨੂੰ ਘਰ ਬੁਲਾ ਲਿਆ। ਜਬ ਬੈਸਿਓ ਬਚਨ ਬਖਾਨੇ। ਤੇ ਕਹਿਣ ਲੱਗੇ ਭਾਈ ਬਾਲਾ ਜੀ ਨੂੰ ਕੁਝ ਬਚਨ ਕਹਿਣ ਲੱਗੇ। ਤੁਮ ਨਾਨਕ ਮੀਤ ਸੁਜਾਨੇ। ਭਾਈ ਬਾਲਾ ਜੀ ਤੁਸੀਂ ਨਾਨਕ ਦੇ ਨਾਮ ਬਚਪਨ ਦੇ ਮਿੱਤਰ ਹੋ, ਮੇਰੀ ਇੱਕ ਗੱਲ ਸੁਣਨਾ ਕਰੋ ਜੀ। ਹਾਂ ਤੁਮ ਕੋ ਜਾਣਤ ਐਸੇ। ਕਹਿਣ ਲੱਗੇ ਮੈਂ ਤੈਨੂੰ ਇਸ ਤਰ੍ਹਾਂ ਸਮਝਦਾ ਹਾਂ ਵੀ ਜਿਵੇਂ ਮੇਰਾ ਨਾਨਕ ਹੈ ਨਾ, ਉਵੇਂ ਵੀ ਤੂੰ ਮੇਰਾ ਪੁੱਤਰ ਹੈ, ਵੀ ਤੈਨੂੰ ਤੇ ਨਾਨਕ ਨੂੰ ਮੈਂ ਇੱਕ ਸਮਾਨ ਸਮਝਦਾ ਹਾਂ। ਸੁਤ ਨਾਨਕ ਹੈ ਮਮ ਜੈਸੇ। ਤੁਸੀਂ ਨਾਨਕ ਵਰਗੇ ਮੇਰੇ ਪੁੱਤਰ ਹੋ ਜੀ। ਕਰ ਤਾਂ ਕੀ ਅਬ ਰਖਵਾਰੀ। ਹੁਣ ਕਹਿਣ ਲੱਗੇ ਤੁਹਾਡਾ ਇੱਕ ਨਾ ਫਰਜ਼ ਬਣਦਾ ਹੈ ਵੀ ਜੇ ਨਾਨਕ ਦੇ ਤੁਸੀਂ ਭਰਾਤਾ ਹੋ ਨਾ, ਭਰਾ ਹੋ, ਫਿਰ ਤੁਸੀਂ ਨਾ ਨਾਨਕ ਦੀ ਰਾਖੀ ਕਰੋ ਜੀ। ਤਨ ਬਿਰਥਾ ਦੇ ਨ ਡਾਰੀ। ਵੀ ਇੱਕ ਚੀਜ਼ ਦਾ ਧਿਆਨ ਰੱਖੋ ਵੀ ਉਹਨੂੰ ਨਾ ਕਦੇ ਵੀ ਜਿਹੜਾ ਧਨ ਹੈ ਨਾ ਉਹ ਕਿਤੇ ਵਿਰਥਾ, ਕਹਿਣ ਤੋਂ ਭਾਵ ਕਿ ਫਜ਼ੂਲ ਖਰਚ ਨਾ ਕਰਨ ਦਿਓ। ਤੁਝ ਸੰਗ ਰਹੇ ਕੀ ਲਾਜਾ। ਫਿਰ ਕਹਿਣ ਲੱਗੇ ਤੇਰੇ ਨਾਲ ਰਹਿਣ ਦੀ ਨਾ ਕੋਈ ਲਾਜ ਰੱਖੀ ਜਾਏਗੀ। ਫਿਰ ਲੋਕ ਵੀ ਕਹਿਣਗੇ ਵੀ ਭਾਈ ਬਾਲਾ ਜੀ ਨਾਲ ਰਹਿੰਦੇ ਸੀ, ਇਹਨੇ ਵੀ ਕੁਝ ਨਾਨਕ ਨੂੰ ਸਮਝਾਇਆ ਨਹੀਂ। ਤਨ ਜਾਵਹਿ ਨਹੀਂ ਅਕਾਜਾ। ਹੁਣ ਕਹਿਣ ਲੱਗੇ ਇੱਕ ਗੱਲ ਮਨ ਵਿੱਚ ਪੱਕੀ ਕਰ ਲੈ ਵੀ ਧਨ ਕਿਤੇ ਫਜ਼ੂਲ ਨਹੀਂ ਜਾਣਾ ਚਾਹੀਦਾ। ਸੁਨ ਕਾਲੂ ਤੇ ਤਹਿ ਕਾਲਾ। ਤੇ ਕਹਿਣ ਲੱਗੇ ਇਹ ਗੱਲ ਸੁਣ ਕਰਕੇ ਨਾ ਬਾਬਾ ਕਾਲੂ ਜੀ ਨੇ ਨਾ ਇਹ ਗੱਲ ਜਦੋਂ ਕਹੀ ਤੇ ਥੋੜੇ ਟਾਈਮ ਬਾਅਦ ਨਾ ਬੜੇ ਹੀ ਥੋੜੇ ਜਿਹੇ ਸੁਭਾਅ ਨੂੰ ਬਦਲਦਿਆਂ ਹੋਇਆਂ ਭਾਈ ਬਾਲਾ ਜੀ ਕਹਿਣ ਲੱਗੇ। ਰਿਸ ਈਖਦ ਕਰ ਕਹਿ ਬਾਲਾ। ਤੇ ਕਹਿਣ ਲੱਗੇ ਨਾ ਮਨ ਦੇ ਵਿੱਚ ਵੀ ਥੋੜਾ ਜਿਹਾ ਗੁੱਸਾ ਆ ਗਿਆ ਵੀ ਪਿਤਾ ਜੀ ਦੇ ਪ੍ਰਤੀ ਵੀ ਇਹ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ, ਧਨ ਇਕੱਠਾ ਕਰ ਲੋ, ਧਨ ਇਕੱਠਾ ਕਰ ਲੋ, ਬਸ ਇਸ ਤਰ੍ਹਾਂ ਦੇ ਬਚਨ ਆਖਦੇ ਰਹਿੰਦੇ ਹਨ। ਹਮ ਲੋਭੀ ਨਹੀਂ ਮਨ ਰਾਈ। ਇੱਕ ਮੇਰੀ ਗੱਲ ਸੁਣੋ ਜੀ, ਮੇਰੀ ਬੇਨਤੀ ਹੈ। ਮਹਿਤਾ ਕਲਿਆਣ ਦਾਸ ਜੀ ਨੂੰ ਕਹਿਣ ਲੱਗੇ ਵੀ ਨਾ ਤੇ ਮੈਂ ਲੋਭੀ ਹਾਂ, ਨਾ ਮੇਰਾ ਨਾਨਕ ਲੋਭੀ ਹੈ। ਕਿਉਂ ਮਹਿਤਾ ਜੀ ਪਰਮਾਈ। ਕਿਉਂ ਤੁਸੀਂ ਮਹਿਤਾ ਜੀ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ? ਤੁਸੀਂ ਤੇ ਪਿਤਾ ਜੀ ਹੋ, ਤੁਸੀਂ ਤੇ ਮਨ ਦੇ ਵਿੱਚ ਭਾਵਨਾ ਰੱਖਿਆ ਕਰੋ ਨਾ ਕਿ ਮੇਰੇ ਨਾਨਕ ਦੀ ਬਹੁਤ ਵੱਡੀ ਵਡਿਆਈ ਹੈ। ਮਹਿ ਲਾਲਸ ਹੈ ਕੁਛ ਅਸਨਾ। ਸਾਨੂੰ ਕਿਸੇ ਪ੍ਰਕਾਰ ਦਾ ਕੋਈ ਲਾਲਚ ਨਹੀਂ ਹੈ। ਸਾਨੂੰ ਇਹ ਨਹੀਂ ਹੈ ਕਿ ਦੁਨੀਆ ਦੇ ਵਿੱਚ ਅਸੀਂ ਬਹੁਤ ਪੈਸਾ ਧਨ ਇਕੱਠਾ ਕਰਨਾ ਹੈ। ਮਹਿ ਕਰਤ ਫਜ਼ੂਲੀ ਬਸਨਾ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਇੱਕ ਸਿਫਤ ਹੈ, ਇਹ ਮੈਨੂੰ ਲੱਗਦਾ ਮੇਰੀ ਭਾਵਨਾ ਹੈ ਤੇ ਬੇਬੇ ਨਾਨਕੀ ਜੀ ਦੀ ਵੀ ਭਾਵਨਾ ਹੈ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨਾ ਜੇਕਰ ਭੁੱਖੇ ਸਾਧੂਆਂ ਨੂੰ ਪ੍ਰਸ਼ਾਦਾ ਛਕਾਉਂਦੇ ਹਨ, ਜੇਕਰ ਕਿਸੇ ਨਗਨ ਸਰੀਰ ਵਾਸਤੇ ਬਸਤਰ ਦੇ ਦਿੰਦੇ ਹਨ, ਸਾਨੂੰ ਨਹੀਂ ਲੱਗਦਾ ਇਹ ਫਜ਼ੂਲੇ ਖਰਚੀ ਹੈ। ਪਰਮੇਸ਼ਰ ਨਾਨਕ ਰੂਪਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਆਪ ਪਰਮੇਸ਼ਰ ਹਨ। ਉਪਕਾਰੀ ਸੰਤ ਅਨੂਪਾ। ਤੇ ਉਹਨਾਂ ਦੀ ਨਾ ਵਿਲੱਖਣ ਕਰਨ ਵਾਲੀ ਪਰ ਉਪਕਾਰ ਵਾਲੀ ਛਵੀ ਹੈ। ਇਸ ਸੰਗਤ ਹੋਤ ਉਧਾਰੋ। ਜੇਕਰ ਉਹਨਾਂ ਦੀ ਕੋਈ ਵੀ ਮਨੁੱਖ, ਕੋਈ ਵੀ ਇਨਸਾਨ ਸੰਗਤ ਕਰੇਗਾ ਨਾ, ਉਸ ਦਾ ਪਾਰ ਉਤਾਰਾ ਹੋ ਜਾਵੇਗਾ। ਮਨ ਸਭ ਹੈ ਸ਼ਰਧਾ ਧਾਰੋ। ਪਰ ਮਨ ਦੇ ਅੰਦਰ ਬੜੀ ਸ਼ਾਂਤੀ ਦੇ ਨਾਲ, ਬੜੇ ਹੀ ਠਰਮੇ ਦੇ ਨਾਲ ਨਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੰਗਤ ਕਰਨੀ ਪਵੇਗੀ। ਸੰਗਤ ਕਰਨ ਦੇ ਨਾਲ ਸ਼ਾਂਤੀ ਤੇ ਆਨੰਦ ਪ੍ਰਾਪਤ ਹੁੰਦਾ ਹੈ। ਹਮ ਪਾਈ ਦੁਰਲਭ ਦੇਹਾ। ਸਾਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਨਿਰੰਕਾਰ ਦੀ ਹੀ ਕਿਰਪਾ ਹੋਈ ਹੈ ਕਿ ਸਾਨੂੰ ਇਹ ਜਿਹੜੀ ਦੇਹੀ ਨਾ ਬੜੀ ਦੁਰਲਭ ਪ੍ਰਾਪਤ ਹੋਈ ਹੈ। ਪਵਤਾਰੋ ਕਾਰਜ ਏਹਾ। ਇਸ ਸੰਸਾਰ ਜਗਤ ਦੇ ਅੰਦਰ ਨਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲੇ ਤੇ ਦੁਨੀਆ ਨੂੰ ਤਾਰਨ ਆਏ ਹਨ ਤੇ ਨਾਲੇ ਮੇਰੇ ਵਰਗਿਆਂ ਨੂੰ ਤਾਰਨ ਵਾਸਤੇ ਆਏ ਹਨ। ਸੁਨ ਮਹਿਤਾ ਤੁਧ ਚਨ ਚਾਹਾ। ਤੇ ਅੱਗੋਂ ਕਹਿਣ ਲੱਗੇ ਨਾ ਵੀ ਮਹਿਤਾ ਜੀਓ, ਪਿਤਾ ਜੀ ਦੇ ਸਮਾਨ ਮਹਿਤਾ ਕਲਿਆਣ ਦਾਸ ਜੀਓ,
ਮੇਰੀ ਇੱਕ ਗੱਲ ਸੁਣੋ ਜੀ, ਰਹੁ ਨਾਨਕ ਸੁਤ ਕੇ ਪਾਹਾ। ਵੀ ਜੇਕਰ ਤੁਸੀਂ ਧਨ ਚਾਹੁੰਦੇ ਹੋ ਨਾ, ਫਿਰ ਤੁਸੀਂ ਆਪਣੇ ਪੁੱਤਰ ਦੇ ਨਾਲ ਨਾ ਇੱਥੇ ਹੀ ਰਹਿਣ ਲੱਗ ਪਵੋ। ਮਮ ਇੱਛਾ ਔਰ ਮਹਿ ਇਹੀ। ਮੇਰੇ ਦਿਲ ਦੀ ਇਹੋ ਹੀ ਇੱਛਾ ਹੈ ਕਿ ਤੁਸੀਂ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਰਹੋ, ਤੁਹਾਨੂੰ ਵੀ ਪਤਾ ਲੱਗੇ ਨਾ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕੈਸੀ ਮਹਿਮਾ ਹੈ। ਮਹਿ ਆਇਸ ਮੇਟਵ ਕੇਹੀ। ਤੇ ਕਹਿਣ ਲੱਗੇ ਉਹ ਕਦੇ ਵੀ ਆਪਣੇ ਜੀਵਨ ਦੇ ਵਿੱਚ ਉਹਨਾਂ ਨੇ ਕਦੇ ਵੀ ਆਪਣੇ ਮਨ ਦੇ ਵਿੱਚੋਂ ਜਾਂ ਕਿਸੇ ਦੇ ਪ੍ਰਤੀ ਕੋਈ ਈਰਖਾ ਨਹੀਂ ਰੱਖੀ, ਤੇ ਨਾ ਹੀ ਉਹ ਕਦੇ ਪੈਸਾ ਫਜ਼ੂਲ ਖਰਚ ਕਰਦੇ ਹਨ। ਕਛ ਦਰਬਨ ਪ੍ਰੀਹਾ ਮੇਰੇ। ਤੁਹਾਡੇ ਮਨ ਦੇ ਵਿੱਚ ਬਹੁਤ ਦਰਬ, ਬਹੁਤ ਪੈਸਾ ਕਮਾਉਣ ਦਾ ਲਾਲਚ ਹੈ। ਜੇ ਮਨ ਮਹਿ ਲਾਲਸ ਤੇਰੇ। ਜੇ ਤੁਹਾਡੇ ਮਨ ਦੇ ਵਿੱਚ ਇਹ ਲਾਲਸਾ ਹੈ ਨਾ, ਫਿਰ ਤੁਸੀਂ ਇੱਥੇ ਹੀ ਰਹਿਣ ਲੱਗ ਪਵੋ। ਰਹੋ ਨਾਨਕ ਸੁਤ ਕੇ ਪਾਸੂ। ਆਪਣੇ ਪੁੱਤਰ ਨਾਨਕ ਦੇ ਪਾਸ ਰਹੋ ਜੀ। ਲੈ ਆਵੋ ਇਹਾਂ ਆਵਾਸੂ। ਆਪਣੇ ਘਰ ਨੂੰ ਇੱਥੇ ਹੀ ਲੈ ਆਵੋ। ਸਾਰਾ ਜਿਤਨਾ ਵੀ ਤੁਹਾਡਾ ਘਰ ਦਾ ਸਿਸਟਮ ਹੈ ਨਾ, ਇੱਥੇ ਸਾਰਾ ਆਪਣਾ ਘਰ ਵਸਾ ਲਵੋ ਜੀ। ਜੋ ਖਰਚ ਹੈ ਤੇ ਵੱਧ ਜਾਵੇ। ਤੇ ਜਿੰਨਾ ਉਹ ਖਰਚਦਾ ਹੈ ਉਤਨਾ ਹੀ, ਜਿਤਨਾ ਉਹ ਖਰਚਦਾ ਹੈ ਸਾਨੂੰ ਤੇ ਇਹ ਲੱਗਦਾ ਹੈ ਕਿ ਉਸ ਤੋਂ ਵੱਧ ਆਈ ਜਾਂਦਾ ਹੈ। ਜੇ ਤੁਹਾਨੂੰ ਲੱਗਦਾ ਹੈ ਨਾ ਵੀ ਘਾਟਾ ਪਵੇਗਾ, ਤੁਸੀਂ ਆਪਣੇ ਹੱਥ ਦੇ ਨਾਲ ਪੈਸਾ ਦਿਆ ਕਰੋ, ਆਪਣੇ ਹੱਥ ਦੇ ਵਿੱਚ ਪੈਸਾ ਰੱਖੋ ਜੀ। ਰਹੋ ਲੇਵਤ ਜੋ ਕਰ ਆਵੈ। ਮੇਰੇ ਪਾਸੋਂ ਧਨ ਨਹੀਂ ਲਿਆਂਦਾ ਜਾਣਾ, ਮੇਥੋਂ ਇਹ ਗੱਲ ਨਹੀਂ ਕਹੀ ਜਾਣੀ ਕਿ ਨਾਨਕ ਜੀ ਤੁਸੀਂ ਪੈਸਾ ਧਨ ਸੰਭਾਲ ਕੇ ਰੱਖੋ। ਬਿਤ ਹੋਏ ਨਾ ਹਮਰੇ ਪਾਸਾ। ਕਹਿਣ ਲੱਗੇ ਉਹ ਬਹੁਤ ਵੱਡੇ ਕਿਰਪਾਲੂ ਹਨ, ਰਹਿਮਤਾਂ ਦੇਣ ਵਾਲੇ ਹਨ, ਤੇ ਉਹ ਤੇ ਬਹੁਤ ਹੀ ਕਿਰਪਾ ਕਰਦੇ ਹਨ। ਉਹ ਸੁਆਮੀ ਹਮ ਤਹਿ ਦਾਸਾ। ਤੇ ਕਹਿਣ ਲੱਗੇ ਵੀ ਅਸੀਂ ਤੇ ਉਸ ਦੇ ਦਾਸ ਹਾਂ, ਉਹ ਸਾਡਾ ਸੁਆਮੀ ਹੈ। ਤਨ ਇਕੱਠੋ ਕਿਉ ਬਨ ਆਈ। ਤੇ ਕਹਿਣ ਲੱਗੇ ਧਨ ਇਕੱਠਾ ਕਰਨ ਦੀ ਲਾਲਸਾ ਸਾਡੇ ਮਨ ਵਿੱਚ ਪੈਦਾ ਨਹੀਂ ਹੁੰਦੀ। ਤੇ ਤੁਸੀਂ ਇੰਜ ਕਰੋ, ਤੇ ਜਿਸ ਤਰ੍ਹਾਂ ਦਾ ਤੁਹਾਨੂੰ ਚੰਗਾ ਲੱਗਦਾ ਉਸ ਤਰ੍ਹਾਂ ਕਰੋ ਜੀ। ਤੇ ਆਇਸ ਮੇਟ ਨ ਜਾਈ। ਤੇ ਕਹਿਣ ਲੱਗੇ ਸਾਡੇ ਤੋਂ ਕਦੇ ਵੀ ਇਸ ਤਰ੍ਹਾਂ ਦਾ ਬਚਨ ਨਹੀਂ ਕਹਿਆ ਜਾਣਾ। ਸੁਣ ਬੋਲਿਓ ਤਬ ਜੈ ਰਾਮਾ। ਤੇ ਕਹਿਣ ਲੱਗੇ ਇਹ ਗੱਲ ਸੁਣ ਕਰਕੇ ਨਾ ਭਾਈ ਜੈ ਰਾਮ ਜੀ ਵੀ ਬੋਲਣ ਲੱਗੇ, ਤੇ ਉਹ ਕਹਿਣ ਲੱਗੇ ਜੀ ਸੁਣ ਮਹਿਤਾ ਇਹ ਨਹਿ ਕਾਮਾ। ਕਹਿਣ ਲੱਗੇ ਮਹਿਤਾ ਜੀ ਇਹ ਜਿਹੜਾ ਪਰਉਪਕਾਰ ਦਾ ਕਰਮ ਹੈ ਨਾ, ਜਿਹੜਾ ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਰ ਰਹੇ ਹਨ, ਤੁਸੀਂ ਬੇਲੋੜੇ ਸ਼ਬਦ ਉਹਨਾਂ ਵਾਸਤੇ ਨਾ ਬੋਲੋ ਜੀ। ਸਭ ਬਾਲੇ ਸਾਚ ਬਖਾਨੀ। ਜਿੰਨਾ ਵੀ ਕੁਝ ਆਖਿਆ ਹੈ ਨਾ ਬਾਲੇ ਨੇ, ਸਭ ਕੁਝ ਸੱਚ ਆਖਿਆ ਹੈ। ਸਤ ਜਨ ਹੋ ਨਿਜ ਮਨ ਮਾਨੀ। ਇਸ ਗੱਲ ਨੂੰ ਤੁਸੀਂ ਨਾ ਮਨ ਦੇ ਵਿੱਚ ਪੱਕਾ ਕਰ ਲਓ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਪਰ ਉਪਕਾਰੀ ਹਨ। ਮਹਿ ਕੀਜੈ ਔਰ ਮਹਿ ਰੋਸੂ। ਆਪਣੇ ਮਨ ਦੇ ਵਿੱਚ ਕਿਸੇ ਪ੍ਰਕਾਰ ਦਾ ਰੋਸ ਨਾ ਪ੍ਰਗਟ ਕਰਿਆ ਕਰੋ, ਗੁੱਸਾ ਨਾ ਲੈ ਕਰਕੇ ਆਇਆ ਕਰੋ। ਉਹ ਤੇ ਪਰਉਪਕਾਰ ਕਰਨ ਆਏ ਹਨ। ਕਛ ਬਾਲੇ ਕੋ ਨਹਿ ਦੋਸ਼ੂ। ਤੇ ਬਾਲੇ ਨੂੰ ਵੀ ਕਿਸੇ ਪ੍ਰਕਾਰ ਦਾ ਦੋਸ਼ ਨਾ ਦਿਓ, ਕਿਉਂਕਿ ਉਹ ਤੇ ਆਪਣੇ ਗੁਰੂ ਦਾ ਹੁਕਮ ਮੰਨਦਾ ਹੈ। ਜਬ ਹੋਵੇ ਨਾਨਕ ਵਿਆਹਾ। ਤੇ ਮੈਂ ਇੱਕ ਗੱਲ ਦੱਸ ਦਿੰਨਾ ਹਾਂ ਵੀ ਹੁਣ ਉਹ ਵਿਆਹ ਦੇ ਕਾਬਲ ਹੋ ਚੁੱਕਿਆ ਹੈ, ਵੀ ਜਦੋਂ ਕਿਸੇ ਪ੍ਰਾਣੀ ਦਾ ਵਿਆਹ ਹੋ ਜਾਂਦਾ ਹੈ ਨਾ, ਫਿਰ ਉਹ ਵਿਆਹ ਤੋਂ ਬਾਅਦ ਆਪਣੇ ਆਪ ਬਦਲ ਜਾਂਦਾ ਹੈ। ਖੋਵਹਿ ਤਨ ਨਿਤ ਚਾਹਾ। ਫਿਰ ਜਦੋਂ ਵਿਆਹ ਹੋ ਗਿਆ ਨਾ, ਫਿਰ ਉਸ ਨੂੰ ਘਰ ਦਾ ਕਬੀਲਦਾਰੀ ਦਾ ਕੰਮ ਸਾਰਾ, ਖਰਚੀ ਸਾਰੀ ਚੀਜ਼ ਦਾ ਪਤਾ ਲੱਗ ਜਾਵੇਗਾ। ਫਿਰ ਉਸ ਨੇ ਕਦੇ ਵੀ ਖਰਚਾ ਨਹੀਂ ਕਰਨਾ। ਬੁਲਵਾਵੋ ਹੋਏ ਸਗਾਈ। ਤੇ ਜਦੋਂ ਉਸ ਦੀ ਸਗਾਈ ਹੋਵੇਗੀ, ਜਦੋਂ ਕੋਈ ਰਿਸ਼ਤੇ ਦਾ ਕੰਮ ਬਣੇਗਾ ਨਾ, ਤੇ ਮੈਂ ਤੁਹਾਨੂੰ ਬੁਲਾ ਲਵਾਂਗਾ। ਚਿਤ ਚਿੰਤਾ ਕਰੋ ਨ ਕਾਈ। ਤੇ ਆਪਣੇ ਚਿੱਤ ਵਿੱਚ ਕਿਸੇ ਪ੍ਰਕਾਰ ਦੀ ਚਿੰਤਾ ਨਾ ਕਰੋ ਜੀ। ਤੈ ਮੋਹ ਤਬੈ ਹੋ ਜਾਈ। ਤੇ ਕਹਿਣ ਲੱਗੇ ਜਦੋਂ ਉਹਨਾਂ ਦਾ ਮੋਹ, ਉਹਨਾਂ ਦਾ ਪ੍ਰੇਮ ਨਾ ਪਰਿਵਾਰ ਦੇ ਵਿੱਚ ਪੈ ਗਿਆ, ਮੈਂ ਖੋਵਹਿ ਦਰਬ ਅਜਾਈ। ਫਿਰ ਮੈਂ ਤੁਹਾਨੂੰ ਦੁਬਾਰਾ ਆਖਦਾ ਹਾਂ ਵੀ ਉਸ ਨੇ ਕਦੀ ਵੀ ਧਨ ਇਸ ਤਰ੍ਹਾਂ ਫਿਰ ਦੁਬਾਰਾ ਖਰਚ ਨਹੀਂ ਕਰਨਾ। ਸੁਨ ਬਾਲਾ ਤਹਾਂ ਸਿਧਾਇਆ। ਇਹ ਕੁਝ ਸੁਣ ਕਰਕੇ ਨਾ ਬਾਲਾ ਉੱਥੋਂ ਚਲਾ ਗਿਆ, ਉੱਥੋਂ ਫਿਰ ਜਾ ਕਰਕੇ ਨਾ ਦੁਬਾਰਾ ਫਿਰ ਹੱਟ ਤੇ ਪਹੁੰਚ ਜਾਂਦਾ ਹੈ। ਜਹ ਨਾਨਕ ਹਾਟ ਸੁਹਾਇਆ। ਤੇ ਜਾ ਕਰਕੇ ਹੱਟੀ ਦੇ ਉੱਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮਦਦ ਕਰਦਾ ਹੈ। ਤਬ ਕਾਲੂ ਕੋ ਇਕ ਕਾਲਾ। ਕਹਿਣ ਲੱਗੇ ਤਦ ਮਹਿਤਾ ਕਾਲੂ ਜੀ ਨਾ ਕੁਝ ਸਮੇਂ ਤੱਕ ਆਪਣੀ ਪੁੱਤਰੀ ਦੇ ਘਰ ਵਿਖੇ
ਠਹਿਰੇ ਤੇ ਉਸ ਤੋਂ ਬਾਅਦ ਤੁਰਨ ਲਈ ਆਖਿਆ। ਬੀਤਾਇਓ ਤਨੀਆਂ ਸ਼ਾਲਾ, ਕੁਝ ਸਮਾਂ ਆਪਣੀ ਬੇਟੀ ਦੇ ਨਾਲ ਗੱਲਾਂ ਬਾਤਾਂ ਕੀਤੀਆਂ। ਚਲਨੇ ਕੀ ਕੀਨੀ ਤਿਆਰੀ, ਤੇ ਫਿਰ ਉਸ ਸੁਲਤਾਨਪੁਰ ਤੋਂ ਚੱਲਣ ਦੀ ਪੂਰੀ ਤਿਆਰੀ ਕੀਤੀ। ਤੇ ਤਿਆਰੀ ਕਰਨ ਤੋਂ ਬਾਅਦ ਨਾ ਫਿਰ ਉਹਨਾਂ ਨੇ ਕੁਝ ਬਚਨ ਆਖੇ। ਸਮਝਾਵਤ ਬਹੁ ਪ੍ਰਕਾਰੀ, ਤੇ ਆਪਣੇ ਪੁੱਤਰ ਨੂੰ ਕਈ ਪ੍ਰਕਾਰ ਦੇ ਨਾਲ ਸਮਝਾਉਣ ਲਈ ਆਖਿਆ। ਸੁਤ ਹੋਏ ਸਗਾਈ ਤੇਰੀ, ਤੇ ਕਹਿਣ ਲੱਗੇ ਨਾ ਹੁਣ ਨਾਨਕ ਨੂੰ ਵੀ ਜਾਂਦੇ ਜਾਂਦੇ ਮਿਲ ਜੀਏ। ਤੇ ਜਾਂਦੇ ਜਾਂਦੇ ਜਦੋਂ ਮਿਲਦੇ ਹਨ ਨਾ, ਆਪਣਾ ਵੀ ਸੁਭਾਅ ਹੈ ਕਿ ਆਪਣਾ ਪੁੱਤਰ ਬਾਹਰ ਕੰਮ ਕਰਦਾ ਹੋਵੇ ਜਾਂ ਘਰ ਵਿੱਚ ਕੰਮ ਕਰਦਾ ਹੋਵੇ ਜਾਂ ਘਰੋਂ ਬਾਹਰ ਕੰਮ ਕਰਨ ਵਾਸਤੇ ਜਾਵੇ, ਮਾਂ ਪਿਓ ਸਦਾ ਸੰਭਾਲ ਕਰਕੇ ਉਹਨਾਂ ਨੂੰ ਸਮਝਾਉਂਦੇ ਹਨ ਵੀ ਪੁੱਤਰ ਬਾਹਰ ਜਦੋਂ ਰਹੀਦਾ ਨਾ ਬੜੇ ਧਿਆਨ ਨਾਲ ਰਹੀਦਾ ਹੈ, ਫਜ਼ੂਲੀ ਖਰਚ ਨਹੀਂ ਕਰੀਦੀ, ਕੁਝ ਪੈਸਾ ਕਮਾ ਕਰਕੇ ਲਿਆਈਦਾ ਹੈ। ਇਸ ਤਰ੍ਹਾਂ ਦੇ ਬਚਨ ਫਿਰ ਸਮਝਾਉਣ ਵਾਸਤੇ ਨਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਮਿਲ ਕਰਕੇ ਆਖਦੇ ਹਨ। ਅਬ ਤੂਰਨ ਨਹਿ ਕਛ ਦੇਰੀ, ਕਹਿਣ ਲੱਗੇ ਪੁੱਤਰ ਜੀ ਹੁਣ ਤੇਰੀ ਸਗਾਈ ਹੋ ਜਾਵੇਗੀ, ਫਿਰ ਤੇਰਾ ਵਿਆਹ ਕਰ ਦਾਂਗੇ, ਇਸ ਕਰਕੇ ਨਾ ਤੇਰੇ ਵਿਆਹ ਦੇ ਵਿੱਚ ਬਹੁਤੀ ਦੇਰੀ ਨਹੀਂ ਹੈ। ਤੇ ਹੁਣ ਤੂੰ ਇੰਜ ਕਰਿਆ ਕਰ, ਜਿਹੜਾ ਪੈਸਾ ਧਨ ਤੂੰ ਕਮਾਉਣਾ ਹੈ ਬਹੁਤ ਚੰਗੀ ਗੱਲ ਹੈ, ਤੇਰਾ ਬਹੁਤ ਨਾਮ ਹੋ ਗਿਆ ਹੈ, ਤਲਵੰਡੀ ਤੱਕ ਤੈਨੂੰ ਦੁਨੀਆ ਜਾਣਦੀ ਹੈ। ਇੱਥੇ ਸੁਲਤਾਨਪੁਰ ਵਿੱਚ ਵੀ ਲੋਕ ਆਉਂਦੇ ਹਨ, ਤੇ ਤਲਵੰਡੀ ਤੱਕ ਵੀ ਤੇਰੀ ਸ਼ੋਭਾ ਹੈ। ਮੋਦੀ ਖਾਨੇ ਦਾ ਕੰਮ ਤੂੰ ਬਹੁਤ ਇਮਾਨਦਾਰੀ ਨਾਲ ਕਰ ਰਿਹਾ ਹੈ। ਹੁਣ ਤੂੰ ਕੁਝ ਪੈਸਾ ਇਕੱਠਾ ਕਰ, ਕੁਝ ਧਨ ਆਪਣੇ ਕੋਲੇ ਰੱਖ, ਫਿਰ ਤੇਰਾ ਵਿਆਹ ਕਰਨਾ ਹੈ। ਇੱਥੋਂ ਤੱਕ ਕਵੀ ਰਾਜ ਜੀ ਨੇ ਸਾਨੂੰ ਇਤਿਹਾਸ ਦੇ ਅੰਦਰ ਇਹ ਦੱਸਿਆ ਹੈ ਕਿ ਭਾਈ ਪਿਤਾ ਜੀ ਆਪਣੇ ਪੁੱਤਰ ਵਾਸਤੇ ਕਿਤਨਾ ਫਿਕਰ ਕਰਦੇ ਹਨ। ਅੱਜ ਦੇ ਇਤਿਹਾਸ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਾਬਤ ਇਸ ਨੂੰ ਜਾਣਨ ਦਾ ਆਪਾਂ ਯਤਨ ਕੀਤਾ ਹੈ ਜੀ। ਅੱਗੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕੀ ਜਵਾਬ ਦਿੰਦੇ ਹਨ। ਜਾ ਕੇ ਸੁਲਤਾਨਪੁਰ ਛੱਡ ਕਰਕੇ ਮਹਿਤਾ ਕਲਿਆਣ ਦਾਸ ਜੀ ਤਲਵੰਡੀ ਜਾਂਦੇ ਹਨ। ਇਸ ਤਰ੍ਹਾਂ ਦਾ ਇਤਿਹਾਸ ਆਪਾਂ ਕੱਲ੍ਹ ਨੂੰ ਜਾਣਨ ਦਾ ਯਤਨ ਕਰਾਂਗੇ ਜੀ। ਆਪ ਜੀ ਸਮੂਹ ਸਾਧ ਸੰਗਤਾਂ ਬੜੇ ਪਿਆਰ ਨਾਲ ਪੁੱਜਦੇ ਹੋ, ਸਭਨਾਂ ਦੀਆਂ ਹਾਜ਼ਰੀਆਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਚਰਨਾਂ ਵਿੱਚ ਪ੍ਰਵਾਨ ਕਰਨ ਜੀ। ਸਭਨਾਂ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਹੋਣ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।